गुरु नानक पद पंकज बंदना पंकज बंदना सिमरो अंगद दुख निकंदना गुरु अमर दास हृदय नित हृदय नित श्री गुरु रामदास गुण गुरु अर्जन बेगनन के बेगनन के श्री हरि गोविंद सुमत श्री हरि राय नमो नमो कर जोरी श्री हरि कृष्ण मनाओ बहारी गुरु तेग बहादुर परम कृपाला परम कृपाला श्री गुरु गोविंद सिंह विशाला तरो तरा पर पुन पुन शेषा पुन पुन शेषा मंदो बार बार जगदीशा एक ओंकार सतगुरु तेह प्रसाद सच होए वाहिगुरु जी की फतेह आसन सोए वाहिगुरु जी की फतेह विघ्न विनाशन सोए दोहरा जाते हाथ अपावन तेरा करियो ना पाना हम जल गिरा सिख समझिया सन घर पदेसो बख्शा हो वन दीन बशेसो वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार कृपा बख्शिश का सदका पिछले पहरां दे दीवान सजाउंदे होए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। पिछले दिनी आपां विचारां सरवण कर रहे सी जदों सतगुरां ने एक बच्चे नूं जो सिखां दा बच्चा सी पर सेवा भावना उहदे अंदर नहीं सी उस बच्चे नूं उपदेश दे के सेवा करन दे लई प्रेरणा कीता। जद पातशाह जी ने उसका लियांदा होया पानी डोल दिता तो बच्चा पुछदा महाराज की गलती होगी पानी तो साफ सी। पातशाह कहने पानी तो साफ सी पर तू सेवा कोई नहीं करता इस करके असी ये पानी डोल दिता साडे पीण जोग नहीं। जे तू सेवा करेगा फिर तेरे हथ पवित्र होणगे फिर असी पानी पिया करांगे तैथों। तो सिख संगतां ने भी बेनती की उसने भी बेनती की पातशाह जी ने उसनों फिर गाइड किया उपदेश दिता और अगों तो वह बच्चा वधिया सेवा करन लग्या। आया गया दी माता पिता दी भी सिख संगतां दी भी गुरु घर विच भी जिहड़ा उहदे विच हंकार सीगा कि मैं तो अमीर घर दा पुत्र हाँ मैनू की लोड़ है कुछ करन दी उहदे दिमाग दे विचों हंकार दा कीड़ा कढ़ दिता ते सीधे रस्ते पाया। क्योंकि सिख दे वास्ते सेवा ते सिमरन दोने जरूरी है। कली सेवा दे नाल नहीं गल बनदी नाल कले सिमरन दे नाल नहीं गल बनदी नाल सेवा भी बड़ी जरूरी है ताकि साडा जीवन सफला हो सके। पातशाह दा वचन है सिंह गुरु का पंछी जानो सेवा सिमरन पंख पछाणो। इसे बचन नूं इदां भी कह दिंदे आ सिंह गुरु का पंछी जानो बाणी बाणा पंख पछाणो। बाणी भी जरूरी है बाणी दे नाल सिमरन दे नाल सेवा भी जरूरी है। खैर
ਅੱਗੇ ਚੱਲਦੇ ਹਾਂ। ਅੱਗੇ ਮੇਰੇ ਪ੍ਰੀਤਮ ਜੀ ਹੋਰ ਕੀ ਵਿਚਾਰਾਂ ਬਖਸ਼ਦੇ ਆ, ਇਹ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਤੇ ਹੱਥ ਅਪਾਵਨ ਤੇਰਾ ਕਰਿਓ ਨਾ ਪਾਨ ਹਮੋ ਜਲ ਗੇਰਾ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖਾ ਇਸ ਕਰਕੇ ਤੇਰੇ ਹੱਥ ਸਾਫ਼ ਨਹੀਂ ਹਨ, ਇਸ ਕਰਕੇ ਅਸੀਂ ਤੇਰੇ ਹੱਥਾਂ ਦਾ ਜਲ ਨਹੀਂ ਪੀਤਾ, ਕਿਉਂਕਿ ਤੂੰ ਸੇਵਾ ਨਹੀਂ ਕਰਦਾ ਜੀ। ਸਿੱਖ ਸਮਝਿਆ ਸੁਣ ਗੁਰ ਉਪਦੇਸੋ ਬਖਸ਼ਾ ਹੋਇਆ ਬਣ ਦੀਨ ਬਸੇਸੋ। ਔਰ ਉਹ ਬੱਚਾ ਜਿਹੜਾ ਸੀ ਇਹ ਗੱਲ ਸਮਝ ਗਿਆ ਕਿ ਵਾਕਿਆ ਹੀ ਮੇਰੇ ਵਿੱਚ ਇਹ ਨੁਕਸ ਹੈ, ਗਲਤੀ ਹੈ, ਤਾਂ ਉਸਨੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਮਾਫ ਕਰ ਦਿਓ, ਅੱਗੋਂ ਤੋਂ ਸੇਵਾ ਕਰਾਂਗਾ। ਸੰਤਨ ਤਜ ਅਵਤਨ ਆਤਨ ਕੇਰੀ ਕਰਬੇ ਲਾਗਿਓ ਸੇਵਕ ਨੇਰੀ। ਅਤਿਥੀ ਹੁੰਦੇ ਐ ਜੋ ਆਉਂਦੇ ਜਾਂਦੇ ਖੜ ਜਾਣ ਸਾਡੇ ਘਰ ਵਿੱਚ, ਪ੍ਰਾਹੁਣੇ ਨੂੰ ਵੀ ਅਤਿਥੀ ਕਹਿੰਦੇ ਐ। ਕੋਈ ਮੰਗਤਾ ਕੋਈ ਲੋੜਵੰਦ ਸਾਡੇ ਬਾਹਰ 'ਚ ਆ ਗਿਆ ਉਹਨੂੰ ਵੀ ਅਤਿਥੀ ਕਹਿੰਦੇ ਐ। ਅਤਿਥੀ ਦਾ ਮਤਲਬ ਜਿਹਦਾ ਕੋਈ ਆਉਣ ਦਾ ਸਮਾਂ ਨਹੀਂ ਪਤਾ, ਤਿੱਥ ਵਾਰ ਹੁੰਦੀ ਹੈ, ਤਿੱਥ ਹੁੰਦੀ ਹੈ ਤਰੀਕ। ਅਤਿਥੀ ਜਿਹਦੇ ਆਉਣ ਦਾ ਕੋਈ ਟਾਈਮ ਹੀ ਨਹੀਂ ਪਤਾ, ਪਤਾ ਨਹੀਂ ਕਦੋਂ ਆ ਜਾਵੇ, ਉਹਨਾਂ ਨੂੰ ਅਤਿਥੀ ਕਹਿੰਦੇ ਆ। ਤਾਂ ਉਹ ਲੋੜਵੰਦਾਂ ਦੀ, ਸਾਧੂ ਸੰਤਾਂ ਦੀ, ਸਿੱਖਾਂ ਦੀ, ਅਤਿਥੀਆਂ ਦੀ, ਚਾਂਦ ਚੱਕ ਬਾਰ ਵਿੱਚ ਆਏ ਲੋੜਵੰਦਾਂ ਦੀ ਸੇਵਾ ਕਰਨ ਲੱਗਿਆ ਜੀ। ਸਿੱਖ ਸੰਤਨ ਦਿਜ ਆਥਨ ਕੇਰੀ ਕਰਬੇ ਲਾਗੋ ਸੇਵਕ ਨੇਰੀ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਉਸ ਨੂੰ ਮਾਫ ਕਰ ਦਿੱਤਾ, ਅੱਗੋਂ ਤੋਂ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਹੁਣ ਉਹ ਸਭ ਦੀ ਸੇਵਾ ਕਰਨ ਲੱਗਿਆ ਜੀ। ਤੰਤੇ ਸੇਵ ਕਰੰਤਾ ਹੋਏ ਭਲਾ ਮੇਰੋ ਚਿਤਵੰਤਾ। ਔਰ ਪਾਤਸ਼ਾਹ ਜੀ ਦੇ ਬਚਨਾਂ ਤੇ ਇਸ ਨੇ ਭਰੋਸਾ ਕੀਤਾ, ਗੰਢ ਬੰਨ੍ਹ ਲਿਆ ਕਿ ਮੇਰਾ ਭਲਾ ਜਿਹੜਾ ਹੈ ਸੇਵਾ ਕਰਕੇ ਹੋਣਾ। ਗੁਰੂ ਸਾਹਿਬ ਦਾ ਬਚਨ ਹੈ, ਤਾਂ ਇਹ ਸੇਵਾ ਕਰਨ ਲੱਗਿਆ ਜੀ। ਸੰਗਤ ਪਿਖ ਕਰ ਬਹੁ ਸੇਵਾ ਕਰੈ ਪ੍ਰਸੰਸਨਾ ਟਿਕ ਗੁਰਦੇਵਾ। ਹੁਣ ਜਦੋਂ ਇਹ ਸਿੱਖ ਸੰਗਤਾਂ ਦੀ ਸੇਵਾ ਕਰਨ ਲੱਗਿਆ, ਹੁਣ ਵਧੀਆ ਸੇਵਾ ਕਰਨ ਲੱਗਿਆ, ਤੇ ਸੰਗਤਾਂ ਨੇ ਫਿਰ ਗੁਰੂ ਸਾਹਿਬ ਕੋਲੇ ਗੱਲ ਚਲਾ ਲੈਣੀ, ਮਹਾਰਾਜ ਉਹ ਬੱਚਾ ਜਿਹੜਾ ਉਹਦੇ ਤੁਸੀਂ ਉਪਦੇਸ਼ ਬਖਸ਼ਿਆ ਸੀ, ਝਿੜਕਿਆ ਸੀਗਾ, ਚੋਟ ਲਾਈ ਸੀ, ਉਹ ਹੁਣ ਬਹੁਤ ਵਧੀਆ ਸੇਵਾਦਾਰ ਬਣ ਗਿਆ ਹੈ ਜੀ। ਨਿਤ ਪ੍ਰਤ ਸੇਵਾ ਮੈਂ ਸਿਖਰਾਤਾ ਆਪਣਾ ਭਲਾ ਕਰਨ ਤਿਨ ਜਾਤਾ। ਮਹਾਰਾਜ ਹੁਣ ਤਾਂ ਆਪਣਾ ਭਲਾ ਕਰਾਉਣਾ ਚਾਹੁੰਦਾ ਹੈ, ਕਿਰਪਾ ਕਰ ਦਿਓ ਉਸ ਤੇ। ਨਿਤਾ ਪ੍ਰਤੀ ਬੜੀ ਹੀ ਸਿੱਖ ਸੰਗਤਾਂ ਦੀ ਔਰ ਆਪਣੇ ਘਰ ਵਿੱਚ ਆਪਣੇ ਮਾਤਾ ਪਿਤਾ ਦੀ ਵੀ ਸੇਵਾ ਕਰਿਆ ਕਰਦਾ ਜੀ। ਖੁਸ਼ੀ ਕਰੀ ਪਾ ਤਤ ਸ਼ਿਨ ਤਨ। ਔਰ ਮੇਰੇ ਪ੍ਰੀਤਮ ਜੀ ਨੇ ਸਿੱਖ ਸੰਗਤਾਂ ਦੇ ਕੋਲੋਂ ਸੁਣ ਕਰਕੇ ਗੁਰੂ ਪਿਆਰਿਓ ਉਸ ਬੱਚੇ ਤੇ ਕਿਰਪਾ ਕੀਤੀ, ਔਰ ਉਸ ਦਾ ਜੀਵਨ ਜਿਹੜਾ ਸੀ ਉਹ ਧਨ ਹੋਇਆ ਜੀ। ਕਥਾ ਉਚਾਰ ਸੁਨਾਈ ਪ੍ਰੇਮ ਸਮਾਦ ਹਿਰਦੈ ਹੋਇ ਆਈ। ਔਰ ਜਿਸ ਵੇਲੇ ਭਾਈ ਸਾਹਿਬ ਭਾਈ ਰਾਮ ਕੋਇਰ ਜੀ, ਗੁਰਬਖਸ਼ ਸਿੰਘ ਜੀ, ਬਾਬੇ ਬੁੱਢੇ ਕੇ ਇਹ ਕਥਾ ਸੁਣਾ ਰਹੇ ਸੀ ਨਾ, ਉਹਨਾਂ ਦੇ ਅੰਦਰ ਵੀ ਇੱਕ ਪ੍ਰੇਮ ਦਾ ਉਛਾਲਾ ਆਇਆ, ਵਿਰਾਗ ਪੈਦਾ ਹੋਇਆ ਗੁਰੂ ਦੇ ਪ੍ਰਤੀ, ਔਰ ਉਹਨਾਂ ਦਾ ਧਿਆਨ ਇਕੱਠਾ ਹੋ ਗਿਆ ਹੈ, ਔਰ ਗੁਰੂ ਚਰਨਾਂ ਵੀ ਜੁੜ ਗਿਆ, ਸਮਾਧੀ ਲੱਗ ਗਈ ਜੀ। ਔਰ ਰਾਮ ਕੋਇਰ ਜੀ ਦੇ ਨੇਤਰ ਬੰਦ ਹੋ ਗਏ, ਮੁੱਦਤ ਹੋ ਗਏ, ਔਰ ਅਚਲ ਬਿਨਾ ਹੱਲਿਆਂ ਚੁੱਲਿਆਂ ਧਿਆਨ ਜੁੜ ਗਿਆ ਹੈ ਜੀ। ਸਰੋਤਾ ਮਨ ਆਨੰਦ ਪਾਏ ਆਪਣੇ ਆਪਣੇ ਥਾਨ ਸਦਾਏ। ਔਰ ਸਰੋਤੇ ਵੀ ਅੱਜ ਭਾਈ ਸਾਹਿਬ ਜੀ ਦੀਆਂ ਵਿਚਾਰਾਂ ਸੁਣ ਕੇ ਬੜੇ ਆਨੰਦ ਵਿੱਚ ਚਲੇ ਗਏ, ਖੁਸ਼ ਹੋਏ। ਜਦੋਂ ਵੇਖਿਆ ਕਿ ਭਾਈ ਸਾਹਿਬ ਜੀ ਨੇ ਕਥਾ ਬੰਦ ਕਰ ਦਿੱਤੀ ਆ, ਹੁਣ ਨਹੀਂ ਬੋਲਦੇ, ਸਮਾਂ ਵੀ ਸਮਾਪਤ ਹੋ ਗਿਆ ਸੀ, ਤੇ ਸੰਗਤਾਂ ਵੀ ਉੱਠ ਕੇ ਘਰੋਂ ਘਰੀ ਚਲੀਆਂ ਗਈਆਂ ਜੀ। ਕਹਿੰਦੇ ਪਿਛਲੇ ਪੈਰ ਇਸ ਵੇਲੇ ਉਹ ਕਥਾ ਸੁਣਾਇਆ ਤੇ ਲਿਖਵਾਇਆ ਕਰਦੇ ਸਨ ਸਾਰੀ ਭਾਈ ਸਾਹਿਬ ਜੀ, ਗੁਰਬਖਸ਼ ਸਿੰਘ ਰਾਮ ਕੋਇਰ ਜੀ।
ਪਿਛਲੇ ਪਹਿਰ ਉਹਨਾਂ ਦੀ ਸਮਾਧੀ ਲੱਗੀ ਸੀ। ਸਰਬ ਜਾਮਨੀ ਤਵੇ ਬਿਤਾਈ ਜਾਗੇ ਜਾਵ ਪਰਪਾਤ ਹੋਏ ਆਈ। ਇਸ ਵੇਲੇ ਦੇ ਬੈਠੇ ਸਮਾਧੀ ਵਿੱਚ ਸਾਰੀ 12 ਘੰਟਿਆਂ ਦੀ ਰਾਤ ਵੀ ਉਦਾਂ ਹੀ ਲੰਘ ਗਈ। ਦੂਜਾ ਦਿਨ ਚੜ੍ਹਨ ਵਾਲਾ ਹੋਇਆ, ਅੰਮ੍ਰਿਤ ਵੇਲਾ ਹੋਇਆ ਤਾਂ ਜਾਗੇ ਹਨ। ਕਰ ਸੋਚ ਸਮੇਤ ਸਦਾਨੇ ਥਰਿਆਨ ਆਸਨ ਜਿਸ ਥਾਨੇ। ਔਰ ਉੱਠੇ ਅੰਮ੍ਰਿਤ ਵੇਲੇ, ਸ਼ੌਚ ਆਦਿ, ਸ਼ੌਚ ਹੁੰਦਾ ਬਾਹਰ ਜਾਣਾ, ਇਸ਼ਨਾਨ ਕੀਤਾ, ਸ਼ੌਚ ਆਦਿ ਗਏ ਔਰ ਆਪਣੇ ਆਸਨ ਤੇ ਬੈਠ ਗਏ ਜੀ। ਸੁਣ ਹੇਤਾ ਸਰੋਤਾ ਚਲੇ ਆਏ ਗੁਰੂ ਚਿਤਰ ਜਿਨ ਕੇ ਮਨ ਪਾਏ। ਔਰ ਸਰੋਤੇ ਵੀ ਸਮੇਂ ਦੇ ਨਾਲ ਆ ਗਏ ਤੇ ਭਾਈ ਸਾਹਿਬ ਜੀ ਵੀ ਕਥਾ ਸੁਣਾਉਣ ਵਾਲੇ ਆਸਨ ਤੇ ਜਾ ਬੈਠੇ। ਸਿੱਖ ਜਿਹੜੇ ਗੁਰੂ ਕੀ ਕਥਾ ਨੂੰ ਰੋਜ਼ਾਨਾ ਲੜੀਵਾਰ ਸੁਣਦੇ ਸਨ, ਉਹ ਸਰੋਤੇ ਇਤਿਹਾਸ ਸੁਣਨ ਲਈ ਪਹੁੰਚ ਗਏ, ਜਿਨ੍ਹਾਂ ਨੂੰ ਗੁਰੂ ਦੇ ਚਰਿੱਤਰ, ਗੁਰੂ ਦੇ ਕੌਤਕ, ਗੁਰੂ ਦੀਆਂ ਵਿਚਾਰਾਂ ਬੜੀਆਂ ਗੁਰੂ ਪਿਆਰਿਓ ਮਨ ਨੂੰ ਚੰਗੀਆਂ ਲੱਗਦੀਆਂ ਹਨ। ਸੰਮਤ 17 ਸੈ 21 ਜੇਠ ਮਾਸ ਇਹ ਕਥਾ ਪ੍ਰਕਾਸ਼ੀ। ਸੰਮਤ 1781 1781 ਦੇ ਵਿੱਚ ਇਹ ਕਥਾ ਉਚਾਰਨ ਕੀਤੀ ਆ ਭਾਈ ਰਾਮ ਕੋਇਰ ਜੀ ਨੇ। 10ਵੇਂ ਪ੍ਰੀਤਪੁਰਾ 1708 ਵਿੱਚ ਹੀ ਅਲੋਪ ਹੋ ਗਏ ਔਰ ਉਸ ਤੋਂ ਬਾਅਦ ਇਹ 70 ਸਾਲਾਂ ਬਾਅਦ ਸਿੱਖ ਸੰਗਤਾਂ ਨੂੰ ਫੁਰਨਾ ਬਣਿਆ ਵੀ ਯਾਰ ਜਿਵੇਂ ਬਾਬੇ ਨਾਨਕ ਜੀ ਦਾ ਇਤਿਹਾਸ ਹੈ, ਸਾਡੇ ਕੋਲ 10 ਗੁਰੂਆਂ ਦਾ ਹੋਣਾ ਚਾਹੀਦਾ। ਫਿਰ ਸਿੱਖ ਸੰਗਤਾਂ ਨੇ ਭਾਈ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ ਸੀ, ਜੋ ਲਗਭਗ ਹੁਣ ਕਾਫੀ ਵੱਡੀ ਉਮਰ ਦੇ ਹੋ ਚੁੱਕੇ ਸਨ, ਤੇ ਉਹਨਾਂ ਨੇ ਫਿਰ ਸਾਰੀ ਕਥਾ ਗੁਰੂ ਅੰਗਦ ਦੇਵ ਜੀ ਤੋਂ ਸ਼ੁਰੂ ਕਰਕੇ ਲਿਖਵਾਉਣੀ ਕੀਤੀ ਹੈ। ਸਰਬ ਜਾਮਨੀ ਤਵੇ ਬਤਾਈ ਜਾਗੇ ਤਾ ਪਰਪਾਤ ਹੋਏ ਆਈ। ਔਰ ਦੂਜੇ ਦਿਨ ਅੰਮ੍ਰਿਤ ਵੇਲੇ ਉੱਠੇ, ਆ ਕੇ ਦੀਵਾਨ ਵੀ ਸਜ ਗਏ, ਸੰਗਤਾਂ ਵੀ ਆ ਗਈਆਂ। ਭਾਈ ਸਾਹਿਬ ਜੀ ਲਿਖਦੇ ਨੇ ਕਥਾ 1781 ਜੇਠ ਮਹੀਨੇ ਵਿੱਚ ਸੁਣਾਈ ਗਈ, ਭਾਵ ਲਿਖੀ ਗਈ ਜੀ। ਸਿੰਘਾ ਸਿੱਖਣ ਕਾ ਲਗਿਓ ਦੀਵਾਨ ਰਾਮ ਕੋਇ ਤਬ ਕਰਤਬ ਖਾਨ। ਔਰ ਰਾਮ ਕੋਇਰ ਜੀ ਕਥਾ ਆਰੰਭ ਕਰਨ ਤੋਂ ਪਹਿਲਾਂ ਤੇ ਕਥਾ ਸੰਪੂਰਨ ਕਰਨ ਤੋਂ ਬਾਅਦ ਵੀ ਇੱਕ ਬੇਨਤੀ ਰੋਜ਼ ਕਰਦੇ ਆ, ਜ਼ਰੂਰ ਕਰਦੇ ਆ ਕਿ ਸੰਗਤਾਂ ਨੂੰ ਹੱਥ ਬੰਨ੍ਹ ਕੇ ਆਰੰਭ ਕਰਨ ਤੋਂ ਪਹਿਲਾਂ ਕਹਿਣ ਲੱਗੇ ਜੀ। ਭੂਲ ਚੋਕ ਮੁਝ ਤੇ ਜੈ ਹੋਏ ਗੁਰ ਬਖਸ਼ਿੰਦ ਬਖਸ਼ ਹੈ ਸੋਏ। ਸਾਧ ਸੰਗਤ ਜੀ, ਮੈਥੋਂ ਕਿਤੇ ਭੁੱਲ ਚੁੱਕ ਹੋ ਜਾਵੇ ਤੇ ਸਤਿਗੁਰੂ ਤੇ ਸਿੱਖ ਸੰਗਤਾਂ ਬਖਸ਼ਣ ਯੋਗ ਹਨ, ਮੈਨੂੰ ਬਖਸ਼ ਲੈਣਾ ਜੀ। ਰਾਮ ਅਗਾਧ ਗੁਰੂ ਇਤਿਹਾਸ ਨਰ ਬਪਰੇ ਕੀ ਬਦ ਕਹਾਸ। ਔਰ ਮੇਰੇ ਪ੍ਰੀਤਮ ਦਾ ਜਿਹੜਾ ਇਤਿਹਾਸ ਹੈ ਉਹ ਤਾਂ ਭਾਈ ਅਗਮ ਅਗਾਧ ਹੈ, ਪਰੇ ਤੋਂ ਪਰੇ ਹੈ। ਅਗਾਧ ਹੁੰਦਾ ਥੱਲੇ ਨੂੰ ਡੂੰਘਾ ਔਰ ਅਗਮ ਹੁੰਦਾ ਪਰੇ ਤੋਂ ਪਰੇ, ਭਾਵ ਸਾਰੇ ਪਾਸਿਆਂ ਨੂੰ ਹੀ ਇਤਿਹਾਸ ਬੜਾ ਲੰਬਾ ਚੌੜਾ ਹੈ, ਬੜਾ ਹੀ ਡੂੰਘਾ ਹੈ, ਬੜਾ ਹੀ ਵਿਸ਼ਾਲ ਹੈ। ਇਹ ਮਨੁੱਖ ਦੀ ਕੀ ਤਾਕਤ ਹੈ, ਮਨੁੱਖ ਦੇ ਕੋਲੇ ਕਿਹੜੀ ਬੁੱਧੀ ਹੈ ਕਿ ਗੁਰੂ ਨੂੰ ਪੂਰਾ ਬਿਆਨ ਕਰ ਸਕੇ ਜੀ। ਜਲਾ ਸਮੁੰਦਰ ਨਾ ਸੀਪ ਉਲੀਚੈ ਤਾਰੇ ਜਿਮ ਅਸੰਖ ਨਭ ਵਿਚੈ। ਜਿਵੇਂ ਸਮੁੰਦਰ ਨੂੰ ਕੋਈ ਸਿੱਪੀ ਦੇ ਨਾਲ ਝੱਲ ਝੱਲ ਕੇ ਖਾਲੀ ਕਰੇ, ਜਿਵੇਂ ਬੁੱਕਾਂ ਨਾਲ ਪਾਣੀ ਨੂੰ ਬਾਹਰ ਸਿੱਟਣਾ, ਜੇ ਕੋਈ ਸਿੱਪੀ ਦੇ ਨਾਲ ਸਮੁੰਦਰ ਚੱਕ ਕੇ ਬਾਹਰ ਸਿੱਟੇ ਤੇ ਕਦੋਂ ਸਿੱਟ ਸਕਦਾ। ਇਸੇ ਤਰ੍ਹਾਂ ਸਾਡਾ ਬੁੱਧੀ ਜਿਹੜੀ ਆ ਉਹ ਸਿੱਪੀ ਦੀ ਨਿਆਈ ਛੋਟੀ ਜੀ ਹੈ, ਤੇ ਗੁਰੂ ਦਾ ਇਤਿਹਾਸ ਵਿਸ਼ਾਲ ਹੈ ਸਮੁੰਦਰ ਦੀ ਤਰ੍ਹਾਂ। ਜਿਵੇਂ ਆਕਾਸ਼ਾਂ ਦਾ ਵਿੱਚ ਤਾਰੇ ਜਿਮ ਅਸੰਖ ਨਭ ਬੀਚੇ, ਆਕਾਸ਼ ਵਿੱਚ ਬੇਅੰਤ ਤਾਰੇ ਹਨ। ਕਥਾ ਕਥਾ ਗੁਰ ਬਰਨੈ ਕਾਣਾ ਕਹਿਤ ਸਮਤ ਸਿਖ ਸੁਖ ਪਾਉਣਾ। ਔਰ ਜਿਵੇਂ ਕੋਈ ਤਾਰੇ ਨਹੀਂ ਗਿਣ ਸਕਦਾ, ਉਸੇ ਤਰ੍ਹਾਂ ਹੀ ਗੁਰੂ ਦੇ ਸਾਰੇ ਕੌਤਕ ਦੱਸਣੇ ਬੜੇ ਔਖੇ ਆ। ਭਾਵੇਂ ਕਿ ਭਾਈ ਸਾਹਿਬ ਜੀ ਤੇ ਬੜੀ ਕਿਰਪਾ ਹੈ, ਕਾਫੀ ਇਤਿਹਾਸਾਂ ਨੇ ਲਿਖਾਏ ਆ, ਪਰ ਫਿਰ ਵੀ ਆਪਾਂ ਇਹਨੂੰ ਪੂਰਾ ਨਹੀਂ ਕਹਿ ਸਕਦੇ। ਕੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਖੁਦ ਵੀ ਜਦੋਂ ਲਿਖਦੇ ਨੇ, ਸੋਦਰ ਤੇਰਾ ਕਿਹਾ ਸੋ ਹਰ ਕਿਹਾ ਜਿਤਵੈ ਸਰਬ ਸੰਭਾਲੇ,
ਵਾਜੇ ਤੇਰੇ ਨਾਦ ਅਨੇਕੇ ਅਸੰਖਾ, ਕੇਤੇ ਤੇਰੇ ਬਾਵਨ ਹਾਰੇ, ਕੇਤੇ ਤੇਰੇ ਰਾਗ ਪਰਿਸਿਓ ਕਹੀਨ, ਕੇਤੇ ਤੇਰੇ ਗਾਵਨ ਹਾਰੇ। ਤਾਂ ਸੋਦਰ ਦੀ ਪੌੜੀ ਦੀਆਂ ਆਖਰੀ ਪੰਕਤੀਆਂ ਸੁਣੋ। ਆਖਰੀ ਪੰਕਤੀਆਂ ਵਿੱਚ ਕਹਿੰਦੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਣ। ਇਹ ਨਿਮਰਤਾ ਦਾ ਭਾਵ ਹੈ, ਸਿੱਖ ਦੇ ਵਿੱਚ ਵੀ ਹੋਣਾ ਚਾਹੀਦਾ ਹੈ। ਸਿੱਖ ਕਦੇ ਹੰਕਾਰ ਕਰਕੇ ਇਹ ਨਾ ਕਹੇ ਕਿ ਮੈਂ ਪੂਰਾ ਕਰ ਲਿਆ, ਜਿਵੇਂ ਜੈਦੇਵ ਨੇ ਕਹਿਤਾ ਮੈਂ ਗੋਬਿੰਦ ਗੀਤ ਗ੍ਰੰਥ ਲਿਖਿਆ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ ਪੈਸਾ ਰਾਮ ਕੋਇਰ ਜੀ ਕਹਿਣ ਲੱਗੇ ਸਿੱਖੋ, ਇਹ ਜਿਹੜੀ ਗੁਰੂ ਦੀ ਕਥਾ ਹੈ ਨਾ, ਇਹ ਆਕਾਸ਼ ਵਿੱਚ ਤਾਰਿਆਂ ਦੀ ਨਿਆਈ ਹੈ। ਜਿਵੇਂ ਕੋਈ ਤਾਰੇ ਨਹੀਂ ਗਿਣ ਸਕਦਾ, ਵਰਣਨ ਨਹੀਂ ਕਰ ਸਕਦਾ, ਇਸੇ ਤਰ੍ਹਾਂ ਸਿੱਖ ਪੂਰਾ ਬਿਆਨ ਤਾਂ ਨਹੀਂ ਕਰ ਸਕਦਾ, ਪਰ ਇੱਕ ਫਾਇਦਾ ਜ਼ਰੂਰ ਹੈ। ਜਿਹੜਾ ਰੋਜ਼ ਆਨੰਦ ਮਾਣਦੇ ਹੋ ਆ ਕੇ ਕਹੋ ਸਤਿਨਾਮ, ਆਨੰਦ ਮਾਣਿਆ ਜਾ ਸਕਦਾ ਹੈ। ਜਿਵੇਂ ਸਮੁੰਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਚੁੱਭੀ ਲਾ ਕੇ ਜੇਠ ਹਾੜ ਦੇ ਮਹੀਨੇ ਦੀ ਗਰਮੀ ਤੋਂ ਬਚਿਆ ਜਾ ਸਕਦਾ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ, ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਈ ਰਾਮ ਕੋਇਰ ਗੁਰਬਖਸ਼ ਸਿੰਘ ਜੀ ਕਹਿੰਦੇ ਮੈਂ ਪੂਰਾ ਬਿਆਨ ਨਹੀਂ ਕਰ ਸਕਦਾ, ਪਰ ਜੋ ਕਰਦੇ ਹਾਂ, ਜੋ ਸੁਣਦੇ ਹਾਂ, ਸਾਡੀਆਂ ਕਾਮਨਾ ਪੂਰੀਆਂ ਕਰਨ ਵਾਸਤੇ ਕਾਫੀ ਹੈ। ਸਕਲ ਕਾਮਨਾ ਪੂਰਨ ਹਾਰੀ, ਸਿੱਖੀ ਹੋਏ ਸ਼ਰਧਾ ਔਰ ਥਾਰੀ। ਔਰ ਇਹ ਇਤਿਹਾਸ ਸੁਣ ਸੁਣ ਕੇ ਸਾਡੇ ਅੰਦਰ ਜਿਹੜੀ ਹੈ ਸਿੱਖੀ ਗ੍ਰਹਿਣ ਕਰਨ ਨੂੰ ਜੀ ਕਰੇਗਾ। ਸੁਣ ਸੁਣ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਅਸਗਾਹੋ। ਜਿਵੇਂ ਜਿਵੇਂ ਆਪਾਂ ਇਤਿਹਾਸ ਨੂੰ ਸੁਣਾਂਗੇ, ਗੁਰੂ ਜੀ ਦੇ ਬਚਨਾਂ ਨੂੰ ਸੁਣਾਂਗੇ, ਉਹਨਾਂ ਦੇ ਕੀਤੇ ਹੋਏ ਕਰਮ, ਜੋ ਸਾਡੇ 'ਤੇ ਰਹਿਮਤ ਦੇ ਕਿਰਪਾ ਦੇ ਕਰਮ, ਜਦ ਉਹਨਾਂ ਨੂੰ ਸੁਣਾਂਗੇ ਤੇ ਸਾਨੂੰ ਪਤਾ ਲੱਗੂਗਾ ਕਿ ਸਾਡਾ ਵਿਰਸਾ, ਸਾਡੀ ਵਿਰਾਸਤ ਕਿੱਡੀ ਵੱਡੀ ਹੈ। ਔਰ ਸਾਨੂੰ ਸਾਬਤ ਸੂਰਤ ਹੋ ਕੇ ਗੁਰਸਿੱਖ ਬਣ ਜਾਣਾ ਚਾਹੀਦਾ ਹੈ। ਇਸ ਤੋਂ ਵੱਡਾ ਹੋਰ ਕੋਈ ਵੀ ਧਰਮ ਨਹੀਂ ਹੈਗਾ। ਕਰਨਾ ਤੇ ਚਾਰ ਪਦਾਰਥਾ, ਪਾਏ ਕਥਾ ਤੇ ਪੁਰਵਹਿ ਸਾਰਥਾ। ਭਾਵੇਂ ਆਪਾਂ ਇਸ ਕਥਾ ਰਾਹੀਂ ਗੁਰੂ ਸਾਹਿਬਾਨਾਂ ਦੇ ਕੌਤਕਾਂ ਨੂੰ ਪੂਰਾ ਬਿਆਨ ਨਹੀਂ ਕਰ ਸਕਦੇ, ਪਰ ਜਿੰਨਾ ਵੀ ਹੋ ਸਕਦਾ ਕਰਾਂਗੇ, ਕਰਦੇ ਹਾਂ। ਇਹਦੇ ਨਾਲ ਤੈਨੂੰ ਚਾਰ ਪਦਾਰਥ ਮਿਲ ਸਕਦੇ ਹੈ। ਚਾਰ ਪਦਾਰਥ ਜੋ ਕੋ ਮੰਗੈ ਸਾਰ ਜਨਾ ਕੀ ਸੇਵਾ ਲਾਗੈ ਦੇ ਮਹਾਵਾਕ ਅਨੁਸਾਰ ਸਤਸੰਗ ਸਾਨੂੰ ਚਾਰੇ ਪਦਾਰਥ ਦਿੰਦੀ ਹੈ। ਇਸ ਕਰਕੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਪੂਰਾ ਕਹਿ ਦਿਆਂਗੇ, ਪਰ ਜਿੰਨਾ ਕਹਾਂਗੇ ਸਾਡਾ ਫਾਇਦਾ ਜ਼ਰੂਰ ਹੋਣਾ ਹੈ, ਸੁਣਨ ਵਾਲਿਆਂ ਦਾ ਵੀ ਤੇ ਕਹਿਣ ਵਾਲਿਆਂ ਦਾ ਵੀ। ਸੁਣੋ ਪ੍ਰੀਤ ਕਰ ਸਰੋਤਾ ਸਾਰੇ, ਕਹੋ ਕਥਾ ਗੁਰ ਕੀ ਵਿਸਥਾਰੇ। ਭਾਈ ਰਾਮ ਕੋਇਰ ਜੀ ਹੁਣ ਅੱਗੇ ਚੱਲਦੇ ਹਨ। ਗੁਰੂ ਪਿਆਰਿਓ, ਪਹਿਲਾਂ ਤਾਂ ਬੇਨਤੀ ਕਰਦਾ ਕਿ ਮੈਥੋਂ ਕਥਾ ਸੁਣਾਉਂਦੇ ਆ ਕਈ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਤੁਸੀਂ ਬਖਸ਼ਣਯੋਗ ਹੋ। ਸਤਿਗੁਰੂ ਤੇ ਸੰਗਤਾਂ ਰਲ ਕੇ ਬਖਸ਼ ਦਿਓ। ਆਓ ਮੈਂ ਤੁਹਾਨੂੰ ਅਗਲੀ ਕਥਾ ਸੁਣਾਉਣੀ ਕਰਦਾ ਹਾਂ। ਭੀਮ ਚੰਦ ਤੇ ਆਦ ਪਹਾਰੀ, ਦਿੱਲੀ ਪਠਿਓ ਵਕੀਲ ਅਗਾਰੀ। ਔਰ ਆਪ ਜੀ ਬੜੇ ਪਿਆਰ ਦੇ ਨਾਲ ਸੁਣਨਾ ਕਰੋ ਤੇ ਪਿਛਲੀ ਕੀਤੀ ਹੋਈ ਕਥਾ ਨੂੰ ਯਾਦ ਵੀ ਰੱਖਿਆ ਕਰੋ, ਕਿਉਂਕਿ ਕਈ ਵਾਰੀ ਭਾਈ ਸਾਹਿਬ ਜੀ ਪਿੱਛੇ ਕੋਈ ਲੜੀ ਤੋਰੀ ਸੀ, ਉਹਨੂੰ ਛੱਡ ਕੇ ਕਿਤੋਂ ਹੋਰ ਲੱਗ ਪਏ, ਔਰ ਫਿਰ ਉਹ ਲੜੀ ਹੁਣ ਇੱਥੇ ਆ ਕੇ ਜੁੜਦੀ ਆ। ਕਿਹੜੀ ਲੜੀ ਤੋਰੀ ਸੀ ਭਲਾ ਤੁਹਾਡੇ ਯਾਦ ਹੋਵੇ? ਭੀਮ ਚੰਦ ਵਰਗੇ ਪਹਾੜੀ ਰਾਜਿਆਂ ਨੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜਿਹੜਾ ਇਹ ਵੱਧਦਾ ਜਾ ਰਿਹਾ ਹੈ, ਔਰ ਉਹਨਾਂ ਨੇ ਆਪਣਾ ਵਕੀਲ, ਆਪਣੇ ਬੰਦੇ ਦਿੱਲੀ ਭੇਜੇ ਸਨ ਸੈਂਟਰ ਸਰਕਾਰ ਕੋਲ। ਕੋ ਸਤਨਾਮ ਔਰੰਗਜ਼ੇਬ ਕੋਲ। ਔਰੰਗਜ਼ੇਬ ਨਹੀਂ ਸੀ, ਉਹ ਦੱਖਣ ਵੱਲ ਗਿਆ ਸੀ। ਉਹਦਾ ਸਾਜਿਆ ਹੋਇਆ ਜਿਹੜਾ ਵੀ ਮੌਕੇ ਦਾ ਰਾਜਾ ਸੀ ਉਹਦੇ ਕੋਲ ਗਏ ਸਨ। ਬਈ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਔਰ ਉਹਦੇ ਸਾਜੇ ਖਾਲਸੇ ਪੰਥ ਨੂੰ ਹੁਣੇ ਖਤਮ ਨਾ ਕੀਤਾ ਤਾਂ ਇਸ ਨੇ ਵੱਧ ਫੁੱਲ ਜਾਣਾ ਬਹੁਤ ਜ਼ਿਆਦਾ, ਤੇ ਫਿਰ ਤੁਹਾਡੇ ਸੈਂਟਰ ਨੂੰ ਵੀ ਹੁਕਮ ਆਪਣਾ ਖਤਰਾ ਪੈਦਾ ਕਰ ਸਕਦੇ ਆ। ਇਹ ਸਿਖਾ ਕਰਕੇ ਭੀਮ ਚੰਦ ਰਾਜੇ ਨੇ ਅਤੇ ਪਹਾੜੀਆਂ ਨੇ ਆਪਣੇ ਬੰਦੇ ਭੇਜੇ ਸੀ ਕਿ ਸਾਥੋਂ ਤਾਂ ਇਹ ਹੁਣ ਕਾਬੂ 'ਚ ਨਹੀਂ ਆ ਰਿਹਾ ਗੁਰੂ ਗੋਬਿੰਦ ਸਿੰਘ ਤੇ ਉਹਦਾ ਪੰਥ, ਪਰ ਜੇ ਤੁਸੀਂ ਸਾਡੇ ਨਾਲ ਰਲੋ ਤੇ ਆਪਾਂ ਇਹਨਾਂ ਨੂੰ ਹੁਣੇ ਹੀ ਖਤਮ ਕਰ ਦਈਏ। ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵੇਲੇ ਗੁਰੂ ਪਿਆਰੋ ਉੱਥੇ ਬੈਠਾ ਇੱਕ ਹਿੰਦੂ ਸੁੱਚਾਨੰਦ ਵਜੀਦੇ ਦੀ ਸਭਾ ਵਿੱਚ, ਜਿਨ੍ਹਾਂ ਦੇ ਪਿੱਛੇ ਤੇਗ ਬਹਾਦਰ ਜੀ ਨੇ ਸੀਸ ਲਾ ਦਿੱਤਾ,
ਜਿਨ੍ਹਾਂ ਦੇ ਬੁੜੀਆਂ ਨੂੰ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ 'ਚੋਂ ਛੁਡਾ ਕੇ ਲਿਆਏ ਸੀ। ਇਹ ਲੋਕ ਅੱਜ ਗੁਰੂ ਘਰ ਦੇ ਐਂਟੀ ਹੋਏ ਹੋਏ ਆ। ਤੇ ਕੀ ਕਿਹਾ ਸੁੱਚੇ ਨੰਦ ਨੇ ਵਜੀਦੇ ਨੂੰ? ਵਜੀਦਾ ਘਰੋਂ ਸਲਾਹ ਕਰਕੇ ਆਇਆ ਸੀ, ਉਹਦੀ ਘਰਵਾਲੀ ਨੇ ਉਹਨੂੰ ਰੋਕਤਾ ਸੀਗਾ ਵੀ ਦੇਖੀ ਬੱਚਿਆਂ ਨੂੰ ਮਾਰੀ ਨਾ, ਇਹ ਬਹੁਤ ਵੱਡਾ ਪਾਪ ਹੈ, ਦੁੱਧ ਚੁੰਘਦੇ ਬੱਚੇ ਨਾ ਉਹ, ਮਾਤਾ ਬੁੱਢੀ ਹੈ, ਛੱਡ ਦੇ ਇਹਨਾਂ ਨੂੰ। ਸਲਾਹ ਕਰ ਲਈ ਸੀ ਕਿ ਮੈਂ ਜਾ ਕੇ ਛੱਡ ਦੇਵਾਂਗਾ, ਪਰ ਸੁੱਚੇ ਨੰਦ ਨੇ ਨਵੀਂ ਵਕਾਲਤ ਕਰ ਦਿੱਤੀ। ਕਹਿੰਦਾ ਜੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਇਹਨਾਂ ਨੂੰ ਮਾੜਾ ਜਿਹਾ ਪੁੱਛ ਕੇ ਤਾਂ ਵੇਖੋ ਬਈ ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ। ਤੇ ਵਜੀਦਾ ਉਹਦੇ ਮਗਰ ਲੱਗ ਕੇ ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ। ਸਾਹਿਬਜ਼ਾਦੇ ਨੇ ਸੱਚ ਹੀ ਬੋਲਣਾ ਸੀ, ਕਹਿੰਦੇ ਅਸੀਂ ਬਾਹਰ ਜਾਵਾਂਗੇ, ਜੰਗਲ ਵੀ ਜਾਵਾਂਗੇ, ਸਿੰਘਾਂ ਨੂੰ ਫਿਰ ਇਕੱਠੇ ਕਰਾਂਗੇ, ਤੁਹਾਡੇ ਨਾਲ ਆ ਕੇ ਲੜਾਈ ਕਰਾਂਗੇ। ਤੇ ਸੁੱਚੇ ਨੰਦ ਨੇ ਹੋਰ ਮੱਚਦੀ ਤੇ ਤੇਲ ਪਾਤਾ, ਕਹਿੰਦਾ ਵੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਇਹਨਾਂ ਨੂੰ ਹੁਣੇ ਮਾਰ ਦਿਓ। ਇਸ ਕਰਕੇ ਇਹ ਲੋਕ ਅਕਿਰਤ ਕਣ ਹਨ, ਸੁੱਚੇ ਨੰਦ ਵਰਗੇ ਝੂਠੇ। ਗੁਰੂ ਪਿਆਰਿਓ, ਜਿਨ੍ਹਾਂ ਨੇ ਸਮੇਂ ਸਮੇਂ 'ਤੇ ਜਿਵੇਂ ਚੰਦੂ ਹੋਇਆ ਇਹ ਵੀ ਹਿੰਦੂ ਸੀਗਾ, ਜਹਾਂਗੀਰ ਦਾ ਗੁਰੂ ਪਿਆਰਿਓ ਦੀਵਾਨ ਸੀ, ਔਰ ਸੁੱਚਾ ਨੰਦ ਹੋਇਆ ਗੰਗੂ ਹੋਇਆ, ਇਹ ਬ੍ਰਾਹਮਣ ਸੀ ਗੰਗੂ। ਭਾਵੇਂ ਗੁਰੂ ਸਾਹਿਬ ਨੇ ਸਭ ਨੂੰ ਅਕਾਲ ਪੁਰਖ ਦੀ ਉਮਤ ਜਾਣ ਕੇ ਸਭ ਦੇ ਉਧਾਰ ਵਾਸਤੇ ਆਪਣੇ ਜੀਵਨ ਤੱਕ ਲਾ ਦਿੱਤੇ, ਪਰ ਇਹਨਾਂ ਲੋਕਾਂ ਨੇ ਅਕਿਰਤ ਘਣਤਾ ਕੀਤੀ, ਸਤਿਗੁਰਾਂ ਦੇ ਕੀਤਿਆਂ ਨੂੰ ਯਾਦ ਨਹੀਂ ਰੱਖਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਸਮਾਂ ਲੱਗਿਆ, ਜਦੋਂ ਇਹਨਾਂ ਨੂੰ ਲੋੜ ਪਈ ਤਾਂ ਭੱਜ ਕੇ ਪੈਰਾਂ 'ਚ ਡਿੱਗ ਪਏ, ਤੇ ਜਦੋਂ ਮਾੜੇ ਜੇ ਸਿੰਘ ਨਿਕਲੇ ਆਏ ਤੇ ਸਿੰਘ ਮਾਰਨ ਲੱਗ ਪਏ। ਕਦੇ ਕਹਿੰਦੇ ਅਸੀਂ ਜੀ ਗਊ ਵਰਗੇ ਗਰੀਬ ਹਾਂ, ਸਾਡੀ ਰਕਸ਼ਾ ਕਰੋ, ਕਦੇ ਗਊ ਦੀ ਮੂਰਤੀ ਬਣਾ ਕੇ ਮਿੰਨਤਾਂ ਕਰਦੇ ਆ ਕਿ ਜੀ ਤੁਸੀਂ ਇੱਕ ਵਾਰੀ ਕਿਲਾ ਛੱਡ ਦਿਓ, ਅਸੀਂ ਕੁਝ ਨਹੀਂ ਕਹਾਂਗੇ। ਤੇ ਜਦੋਂ ਗੁਰੂ ਸਾਹਿਬ ਬਾਹਰ ਨਿਕਲ ਗਏ ਕਿਲੇ 'ਚੋਂ ਲੈ ਕੇ ਫੌਜਾਂ ਨੂੰ, ਫਿਰ ਇਹਨਾਂ ਦੇ ਤੁਰੰਤ ਹੀ ਸਿੰਘ ਨਿਕਲ ਆਏ, ਰੂਪ ਬਦਲ ਲਿਆ। ਉਹੀ ਪਹਾੜੀ ਰਾਜੇ, ਹਿੰਦੂ ਰਾਜੇ ਜਿਹੜੇ ਸਨ, ਗੁਰੂ ਸਾਹਿਬ ਜੀ ਦੀਆਂ ਫੌਜਾਂ ਦਾ ਮਗਰਾ ਕਰਕੇ ਉਹਨਾਂ 'ਤੇ ਹਮਲਾ ਕਰ ਦਿੱਤਾ। ਇਹਨਾਂ ਦਾ ਕੋਈ ਭਰੋਸਾ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਸੁੱਚੇ ਨੰਦ ਵਰਗੇ, ਝੂਠੇ ਨੰਦ ਵਰਗੇ, ਔਰ ਹੋਰ ਅਨੇਕਾਂ ਇਹੋ ਜਿਹੇ। ਹੁਣ ਇਹ ਭੀਮ ਚੰਦ ਵਰਗੇ ਪਹਾੜੀਏ ਰਾਜੇ ਜਿਹੜੇ ਹਨ, ਇਹਨਾਂ ਨੇ ਆਪਣਾ ਬੰਦਾ ਭੇਜਿਆ ਸੈਂਟਰ ਸਰਕਾਰ ਦੇ ਕੋਲ, ਔਰ ਬਹੁਤ ਸਾਰੇ ਗਿਫਟ ਦੇ ਕੇ ਭੇਜਿਆ ਨਾਲ, ਤਾਂ ਕਿ ਉਹ ਰਾਜਾ ਜਿਹੜਾ ਆਪਣੀ ਫੌਜ ਦੇ ਕੇ ਸਾਡਾ ਸਾਥ ਦੇ ਦੇਵੇ ਜੀ। ਪਠਿਓ ਸਭਨ ਕੇ ਪਾਸ ਖਰਚੇ ਦਰਬ ਕਾਜ ਹੋਏ ਰਾਸ। ਔਰ ਵਕੀਲ ਨੇ ਦਿੱਲੀ ਜਾ ਕੇ ਸਾਰੇ ਰਾਜਿਆਂ ਨੂੰ, ਜੋ ਰਾਜਿਆਂ ਨੇ ਕਹਿ ਭੇਜਿਆ ਸੀਗਾ ਕਿ ਮਹਾਰਾਜ ਸਾਨੂੰ ਤੁਹਾਡੇ ਕੋਲ ਇਸ ਲਈ ਭੇਜਿਆ ਹੈ, ਸਾਹੋ ਨਿਕਟ ਸੂਬੇ ਸੁਧ ਲਿਖੇ ਤੋ ਜਾਏ ਐਸੀ ਕੁਛ ਲਿਖੇ। ਔਰ ਵਕੀਲ ਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ ਸੀਗਾ ਪਿਛਲੀ ਕਥਾ ਵਿੱਚ, ਹੁਣ ਲੜੀ ਉੱਥੋਂ ਦੁਬਾਰਾ ਤੋਰੀ ਹੈ, ਕਿਉਂਕਿ ਕਥਾ ਇਸ ਢੰਗ ਨਾਲ ਉਚਾਰੀ ਤੇ ਲਿਖੀ ਗਈ ਹੈ ਤਾਂ ਕਿ ਜਿਹੜਾ ਕੰਮ ਜਦੋਂ ਹੋਇਆ ਉੱਥੇ ਹੀ ਉਚਾਰਨ ਕੀਤਾ, ਉੱਥੇ ਹੀ ਲਿਖਿਆ ਗਿਆ। ਉਹ ਵਕੀਲ ਨੇ ਜਾ ਕੇ ਕਹਿ ਦਿੱਤਾ ਸੀ ਰਾਜੇ ਨੂੰ, ਦਿੱਲੀ ਵਾਲੇ ਨੂੰ, ਜੋ ਉਸ ਨੂੰ ਔਰੰਗਜ਼ੇਬ ਡਿਊਟੀ ਲਾ ਕੇ ਗਿਆ, ਉਸ ਨੂੰ ਇਹ ਕਹਿ ਗਿਆ ਸੀਗਾ ਜਿਸ ਦਾ ਨਾਮ ਦੀਨਾ ਬੇਗ ਹੈ, ਗੁਰੂ ਪਿਆਰਿਓ, ਕਿ ਤੂੰ ਮੇਰੇ ਮਗਰੋਂ ਕੰਮ ਸੰਭਾਲ। ਤੇ ਉਸ ਨੂੰ ਜਾ ਕੇ ਭੀਮ ਚੰਦ ਨੇ, ਵਕੀਲ ਨੇ ਸਾਰੇ ਗਿਫਟ ਦਿੱਤੇ, ਮਾਇਆ ਦਿੱਤੀ, ਮਾਇਆ ਦੀਆਂ ਥੈਲੀਆਂ, ਹਾਥੀ ਘੋੜੇ ਭੇਟ ਕੀਤੇ, ਔਰ ਫਿਰ ਉਸ ਨੂੰ ਸਾਰੀ ਗੱਲ ਦੱਸੀ। ਉਹ ਕਹਿਣ ਲੱਗਿਆ ਠੀਕ ਹੈ, ਤੁਸੀਂ ਸਾਰੇ ਰਾਜੇ ਖਰਚਾ ਇਕੱਠਾ ਕਰੋ, ਆਪਾਂ ਕੁਛ ਕਰਾਂਗੇ। ਤੇ ਇਧਰੋਂ ਉਹ ਸੂਬੇ ਨੇ ਇੱਕ ਚਿੱਠੀ ਔਰੰਗਜ਼ੇਬ ਦੇ ਵੱਲ ਲਿਖੀ ਹੈ। ਨਾ ਸੈਨ ਬਿਨਾ ਤਨ ਲੀਨੇ ਕਹਿ ਕਰ ਇੱਕ ਦਵੈ ਬਾਹਰ ਪਤੀਨੇ। ਤਾਂ ਬਾਦਸ਼ਾਹ ਧਨ ਲੈਣ ਤੋਂ ਬਗੈਰ ਸੈਨਾ ਨਹੀਂ ਭੇਜੇਗਾ। ਔਰੰਗਜ਼ੇਬ ਨੇ ਕਹਿ ਦਿੱਤਾ ਕਿ ਪਹਿਲਾਂ ਇਹਨਾਂ ਰਾਜਿਆਂ ਤੋਂ ਖਰਚਾ ਲਓ, ਫਿਰ ਆਪਣੀ ਫੌਜ ਭੇਜਣੀ ਕਰਿਓ ਜੀ। ਭੀਮ ਚੰਦ ਸਭ ਸੰਗ ਵਿਚਾਰਾ ਦੇ ਬੇਹਿਤ ਤਨ ਸੰਚ ਉਚਾਰਾ। ਔਰ ਉਸ ਵਕੀਲ ਨੇ ਆ ਕੇ ਸਾਰੀ ਗੱਲ ਭੀਮ ਚੰਦ ਨੂੰ ਦੱਸ ਦਿੱਤੀ ਕਿ ਸੂਬੇਦਾਰ ਜਿਹੜਾ ਰਾਜਾ ਛੱਡ ਕੇ ਗਿਆ ਔਰੰਗਾ ਦਿੱਲੀ ਦੇ ਵਿੱਚ, ਉਹ ਕਹਿੰਦਾ ਹੈ ਕਿ ਪਹਿਲਾਂ ਸਾਨੂੰ ਸਾਰੇ ਖਰਚਾ ਦਿਓ ਫੌਜਾਂ ਦਾ, ਫਿਰ ਭੇਜਾਂਗੇ। ਤੇ ਖਰਚਾ ਲਏ ਬਿਨਾ ਉਹਨਾਂ ਨੇ ਆਪਣੀ ਫੌਜ ਸੈਂਟਰ ਸਰਕਾਰ ਨੇ ਸਾਨੂੰ
ਨਹੀਂ ਦੇਣੀ ਜੀ। ਸਾਦੇ ਕਰ ਇਕੱਤਰ ਪਠ ਦੀਨਾ ਬਿਨਤੇ ਲਿਖੇ ਅਦਕ ਬਾਨ ਦੀਨਾ। ਔਰ ਭੀਮ ਚੰਦ ਨੇ ਫਿਰ ਸਾਰੇ ਰਾਜਿਆਂ ਤੋਂ ਪੈਸੇ ਇਕੱਠੇ ਕੀਤੇ, ਵਾਸ਼ ਪਾਈ ਵੀ ਐਨੇ ਪੈਸੇ ਪਾਓ। ਉਹ ਕੋਈ 1000 2000 ਨਹੀਂ, ਕਰੋੜਾਂ ਦੀ ਗਿਣਤੀ, ਲੱਖਾਂ ਦੀ ਗਿਣਤੀ ਵਿੱਚ ਇਕੱਠੇ ਕੀਤੇ ਹੋਣਗੇ ਸਾਰੇ ਰਾਜਿਆਂ ਨੇ। ਉਹ ਮਾਇਆ ਇਕੱਠੀ ਕਰਕੇ ਦੁਬਾਰਾ ਫਿਰ ਭੇਜਿਆ ਹੈ ਤੇ ਨਾਲ ਇੱਕ ਚਿੱਠੀ ਲਿਖ ਕੇ ਭੇਜਦਾ ਜੀ। ਜੇ ਨਹ ਕਰ ਹੈ ਸਹਾਏ ਤੋ ਹਮ ਅਲੰਬ ਲਹਿ ਕਿਸ ਥਾਏ। ਔਰ ਮੂਰਖ ਜਿਹਦਾ ਆਸਰਾ ਲੈਣਾ ਉਹਦੇ ਤਾਂ ਐਂਟੀ ਹੋ ਰਹੇ ਹੈ ਤੇ ਕਹਿੰਦੇ ਜੇ ਰਾਜੇ ਨੇ ਆਪਾਂ ਨੂੰ ਸਹਾਰਾ ਨਾ ਦਿੱਤਾ ਫਿਰ ਕਿਹਦਾ ਸਹਾਰਾ ਲਵਾਂਗੇ। ਇਹ ਮੂਰਖ 10ਵੇਂ ਪਾਤਸ਼ਾਹ ਨਾਲ ਹੀ ਜੁੜ ਜਾਂਦੇ ਤੇ ਇਹਨਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਸੀ। ਪਰ ਇਹ ਤਾਂ ਆਪਣੀਆਂ ਛੋਟੀਆਂ ਕੁਰਸੀਆਂ ਬਚਾਉਣ ਵਾਸਤੇ ਸੈਂਟਰ ਦੇ ਨਾਲ ਜੁੜੇ ਹੋਏ ਸਨ। ਅੱਜ ਵੀ ਬਹੁਤ ਐਸੇ ਲੋਕ ਹੈ ਜਿਨ੍ਹਾਂ ਨੂੰ ਜਨਤਾ ਦਾ ਕੋਈ ਪਰਵਾਹ ਨਹੀਂ ਹੈ, ਜਨਤਾ ਮਰੇ ਚਾਹੇ ਜਿੱਥੇ ਮਰਜੀ ਜਾਵੇ, ਪਰ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ ਜਿਵੇਂ ਇਹਨਾਂ ਨੂੰ ਸੈਂਟਰ ਸਰਕਾਰ ਕਹਿੰਦੀ ਆ, ਅੱਜ ਦੀ ਮੌਕੇ ਦੀ ਵਰਤਮਾਨ ਸਰਕਾਰ ਜਿਵੇਂ ਕਹਿੰਦੀ ਉਵੇਂ ਕਰਦੇ ਆ। ਭੀਮ ਚੰਦ ਵਰਗੇ ਵੀ ਉਵੇਂ ਕਰਦੇ ਆ। ਇਹਨਾਂ ਨੇ ਸਾਰੇ ਰਾਜਿਆਂ ਨੇ ਇਕੱਠੀ ਕਰਕੇ ਮਾਇਆ ਤੇ ਚਿੱਠੀ ਲਿਖ ਕੇ ਭੇਜ ਦਿੱਤੀ ਆ ਔਰ ਵਿੱਚ ਲਿਖਿਆ ਜੇ ਤੁਸੀਂ ਸਾਡੀ ਮਦਦ ਨਹੀਂ ਕਰੋਗੇ ਤਾਂ ਸਾਡੀ ਮਦਦ ਕੌਣ ਕਰੇਗਾ। ਆਸਰਾ ਵੱਡੋ ਹਮਾਰੇ ਤੁਮ ਸਭ ਸੂਬੇ ਸੁਖਦ ਉਦਾਰੇ। ਔਰ ਚਿੱਠੀ ਲਿਖਦੇ ਐ ਸੈਂਟਰ ਸਰਕਾਰ ਨੂੰ, ਦਿੱਲੀ ਦੀ ਸਰਕਾਰ ਨੂੰ, ਔਰੰਗੇ ਦੇ ਲਾਏ ਹੋਏ ਆਪਣਾ ਰਾਜੇ ਨੂੰ, ਸੂਬੇਦਾਰ ਨੂੰ, ਵੀ ਜੇ ਤੁਸੀਂ ਸਾਡੀ ਮਦਦ ਨਹੀਂ ਕਰੋਗੇ ਤੇ ਅਸੀਂ ਕਿਹਦੇ ਆਸਰੇ ਰਹਾਂਗੇ। ਤੁਹਾਡੇ ਕਾਰਨ ਹੀ ਤਾਂ ਅਸੀਂ ਰਾਜ ਕਰਦੇ ਹਾਂ ਪਹਾੜਾਂ ਵਿੱਚ। ਇੱਕ ਲਿਖ ਪਠੀ ਬਣਾਏ ਲੱਖ ਰਜਤ ਪਨ ਜਮਾ ਕਰਾਏ। ਲੱਖ ਰੁਪਈਆ ਚਾਂਦੀ ਦਾ ਤੇ ਆ ਜਿਹੜਾ ਹੁਣ ਰੁਪਈਆ ਚੱਲਦਾ ਇਹ ਤਾਂ ਕਰੋੜਾਂ ਹੀ ਹੋ ਜਾਣਾ। ਕਹੋ ਸਤਨਾਮ ਸੀ। ਇਸ ਕਰਕੇ ਉਸ ਵੇਲੇ ਲੱਖ ਰੁਪਈਆ ਚਾਂਦੀ ਦਾ ਇਹਨਾਂ ਰਾਜਿਆਂ ਨੇ ਇਕੱਠਾ ਕੀਤਾ ਔਰ ਭੇਜ ਦਿੱਤਾ, ਨਾਲ ਚਿੱਠੀ ਲਿਖ ਦਿੱਤੀ ਹੈ। ਬੈਠ ਸਵਨ ਮਹਿ ਪੈਣਾ ਪ੍ਰਸੰਗ ਆਵਹਿ ਸਾਹੋ ਸੈਨ ਹਿਤ ਜੰਗ। ਔਰ ਹੁਣ ਇਹਨੂੰ ਥੋੜੀ ਤਸੱਲੀ ਹੋ ਗਈ ਹੈ ਕਿ ਅਸੀਂ ਪੈਸੇ ਭੇਜ ਦਿੱਤੇ ਹੈ, ਹੁਣ ਬਾਦਸ਼ਾਹ ਦੀ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਸਾਨੂੰ ਜ਼ਰੂਰ ਮਦਦ ਦੇਵੇਗੀ, ਆਪਣੀ ਫੌਜ ਭੇਜੇਗੀ। ਬੈਠੇ ਰਾਜੇ ਆਪਸ ਵਿੱਚ ਗੱਲਾਂ ਕਰਦੇ ਹਨ। ਲਹਿ ਗੁਰੂ ਕੋ ਦੇਹ ਨਿਕਾਸੇ ਤੁਮ ਬੈਠੇ ਬਿਖਲੇ ਹੋ ਤਮਾਸੇ। ਔਰ ਭੀਮ ਚੰਦ ਫੜਾ ਮਾਰਦਾ ਰਾਜਿਆਂ ਵਿੱਚ ਬੈਠ ਕੇ, ਦੇਖਿਓ ਤਾਂ ਸਹੀ ਗੁਰੂ ਨੂੰ ਆਨੰਦਪੁਰ ਚੋਂ ਕੱਢ ਦਿਆਂਗੇ। ਕਹੋ ਸਤਨਾਮ ਸੀ। ਤੁਸੀਂ ਤਮਾਸ਼ਾ ਦੇਖਿਓ, ਹੁਣ ਕਿਹੜਾ ਫੌਜ ਆ ਜਾਂਦੇ ਹੋ ਸੈਂਟਰ ਦੀ। ਬੈਠ ਸਵਨ ਮੈਂ ਪੜੈ ਪ੍ਰਸੰਗ ਆਵਹਿ ਸਾਹੋ ਸੈਨ ਹਿਤ ਜੰਗ। ਇਸ ਤਰ੍ਹਾਂ ਗੁਰੂ ਪਿਆਰਿਓ ਸਾਰਿਆਂ ਵਿੱਚ ਬੈਠ ਕੇ ਭੀਮ ਚੰਦ ਜਿਹੜਾ ਹੈ ਇਹ ਗੱਲਾਂ ਕਰਦਾ ਹੈ ਜੀ। ਦੋਨੋਂ ਤਰਫ ਸਫਲ ਹੀ ਜਾਨੋ ਨਿਤ ਕਾ ਜੰਗ ਮਿਟੈ ਹਿਤ ਠਾਨੋ। ਔਰ ਲੜਕੇ ਗੁਰੂ ਦੇ ਨਾਲ ਗੁਰੂ ਨੂੰ ਇੱਥੋਂ ਕੱਢ ਦੇਣਾ ਹੈ, ਫਿਰ ਨਿਤ ਦੀ ਲੜਾਈ ਖਤਮ ਹੋ ਜਾਵੇਗੀ ਕਿਉਂਕਿ ਸਾਨੂੰ ਸੈਂਟਰ ਦਾ ਸਾਥ ਮਿਲ ਜਾਵੇਗਾ। ਆ ਨਿੱਕੇ ਅੱਜ ਦੇ ਵਰਤਮਾਨ ਰਾਜੇ ਵੀ ਸੈਂਟਰ ਦੇ ਸਰਕਾਰ ਦੇ ਸਾਥ ਲੈਣ ਪਿੱਛੇ ਹੀ ਇਹ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰ ਰਹੇ। ਕੋ ਸਤਨਾਮ ਕਿਤੇ ਸੈਂਟਰ ਸਾਡੀ ਐਂਟੀ ਨਾ ਹੋ ਜਾਵੇ, ਪਰ ਜੇ ਜਿਸ ਦੇ ਰੱਬ ਐਂਟੀ ਹੋ ਗਿਆ ਉਹਨੂੰ ਸੈਂਟਰ ਕੀ ਬਚਾਊਗਾ। ਕੋ ਸਤਨਾਮ। ਇਹ ਪਹਾੜੀਏ ਗੁਰੂ ਗੋਬਿੰਦ ਸਿੰਘ ਜੀ ਦੇ ਰੱਬ ਦੇ ਐਂਟੀ ਚੱਲ ਰਹੇ ਨੇ ਸੈਂਟਰ ਦਾ ਔਰੰਗਜ਼ੇਬ ਦਾ ਸਾਥ ਲੈਣ ਵਾਸਤੇ। ਗੁਰੂ ਪਿਆਰਿਓ, ਤੇ ਔਰੰਗਜ਼ੇਬ ਦਾ ਬੰਦਾ ਜਿਹੜਾ ਹੈ ਉਸ ਦੇ ਕੋਲ ਦੁਬਾਰਾ ਫਿਰ ਲੱਖ ਰੁਪਈਆ ਚਾਂਦੀ ਦਾ ਤੇ ਚਿੱਠੀ ਲਿਖ ਕੇ ਭੇਜਦੇ ਹਨ ਤੇ ਆਪਸ ਵਿੱਚ ਫੜਾ ਕਰਦੇ ਆ, ਪਾਰਦੇ ਆ। ਦੇਣੋ ਦਰਬ ਸਫਲ ਹੀ ਜਾਨੋ। ਕੋਈ ਗੱਲ ਨਹੀਂ, ਲੱਖ ਰੁਪਈਆ ਲੱਗ ਗਿਆ ਤਾਂ ਆਪਣਾ ਸਫਲਾ ਹੋ ਜਾਣਾ ਹੈ। ਜੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਚੋਂ ਕੱਢ ਦਿੱਤਾ, ਨਿਤ ਦੀ ਲੜਾਈ ਖਤਮ ਹੋ ਜਾਵੇਗੀ ਔਰ ਜੰਗ ਹੋਣਾ ਖਤਮ ਹੋ ਜਾਵੇਗਾ। ਨਿਜ ਮੈਂ ਹਰਖ ਉਪਾਵੈ ਕਰਹਿ ਪ੍ਰਤੀਖਣ ਦਲ ਕਬ ਆਵੈ। ਔਰ ਇਸ ਤਰ੍ਹਾਂ ਇਹ ਭੀਮ ਚੰਦ ਇਹਨਾਂ ਰਾਜਿਆਂ ਦਾ, ਪਹਾੜੀ 22 ਧਾਰ ਦੇ ਰਾਜਿਆਂ ਦਾ ਮੁਖੀ ਹੈ, ਵੱਡਾ ਹੈ ਔਰ ਉਡੀਕ ਰਿਹਾ ਕਦੋਂ ਦਿੱਲੀ ਤੋਂ ਸਰਕਾਰ ਦੀ ਫੌਜ ਆਉਂਦੀ ਹੈ ਸੈਂਟਰ ਦੀ। ਦਿੱਲੀ ਮੈਂ ਪਹੁੰਚੋ ਤਨ ਜਾਏ ਸੂਬੇ ਪਾਸ ਦਿਓ ਸਮਦਾਏ। ਔਰ ਚਲੋ ਚਾਲ ਇਸ ਦੇ ਬੰਦੇ ਉਹ ਸਾਰਾ ਇਕੱਠਾ ਕਰਕੇ ਧਨ ਹਾਥੀਆਂ ਤੇ ਲੱਦ ਕੇ ਲੈ ਗਏ ਹਨ ਦਿੱਲੀ ਦੇ ਵਿੱਚ ਔਰ ਸੂਬੇ ਨੂੰ
ਦੇ ਦਿੱਤਾ ਹੈ ਜੀ। ਕਰ ਲਾਲਚ ਤਿਨ ਸਗਰੋ ਲੀਨ ਸੈਨਾ ਪਟਨ ਮਨੋਰਥ ਕੀਨ। ਔਰ ਗੁਰੂ ਪਿਆਰਿਓ ਉਸੇ ਵੇਲੇ ਜਦੋਂ ਦਿੱਲੀ ਦੇ ਸੂਬੇ ਨੂੰ ਇਹ ਸਾਰੇ ਪੈਸੇ ਦੇ ਦਿੱਤੇ ਔਰ ਬੇਨਤੀ ਕੀਤੀ ਕਿ ਹੁਣ ਸਾਡੇ ਕੋਲ ਨਾਲ ਫੌਜ ਭੇਜੋ ਆਪਣੀ, ਉਹਨੇ ਲਾਲਚ ਵਿੱਚ ਆ ਕੇ ਸਾਰੇ ਪੈਸੇ ਲੈ ਲਏ, ਸਾਰਾ ਧਨ ਲੈ ਲਿਆ ਤੇ ਸੈਨਾ ਭੇਜਣ ਦਾ ਸਲਾਹ ਵੀ ਕਰ ਲਈ ਜੀ। ਦੀਨਾ ਬੇਗ ਮੁਗਲ ਹੰਕਾਰੇ ਮਨ ਸਾਬ ਜਿਸ ਕੋ 5000। ਤੋ ਉਹਦਾ ਇੱਕ ਜਰਨੈਲ ਹੈ ਦੀਨਾ ਬੇਗ ਦਿੱਲੀ ਦਾ, ਜਿਸ ਦਾ ਮਨਸਬ ਹੈ, ਜਿਸ ਦੀ ਪਦਵੀ ਹੈ 5000, ਭਾਵੇਂ 5000 ਫੌਜ ਦਾ ਜਰਨੈਲ ਹੈ। ਸਭ ਲਾਏ ਕੀ ਨ ਸਨਮਾਨਾ ਸ਼ਸਤਰ ਵਸਤਰ ਦੇ ਕਾਜ ਬਖਾਨਾ।